ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। परम सन्मानियो गुरु रूप गुरु खालसा साध संगत जी, वाहिगुरु जी का खालसा वाहिगुरु जी की फतेह। जे तख्त बैसाला है तो दास तुम्हारे, घास बढ़ावे के तक बोला। हे परमेश्वर, जेकर तू मैनू प्रतख राज ਸਿੰਘਾਸਨ उत्ते बैठा दवें तद भी मैं तेरा दास सेवक ही हाँ। जेकर तू मैनू काही बना के मैथों घाह खुदवाउणा चाहे तां भी मैं तेरा दास बन के ही रहांगा। अथवा हे परमेश्वर, जेकर तू मैनू सरूप रूपी तख्त उत्ते बिठा दवें तद भी तेरा सेवक ही हाँ। जेकर तू मैथों विषय रूपी घाह वढाउंदा रहें, भाव मेरा संसारी जीवन बना देना करें, ਤਾਂ मैं कितना ਕੁ बोलना है, भाव बोल नहीं सकता। इसे तुक अनुसार एक साखी इसे सिद्धांत ਨੂੰ ਸੌਖਾ ਸਪਸ਼ਟ ਕਰਨ ਵਾਲੀ ਇਤਿਹਾਸ ਵਿੱਚ ਮਿਲਦੀ ਹੈ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਕੋਲ 52 ਕਵੀ ਸੁਸ਼ੋਭਿਤ ਸਨ। ਇੱਕ ਵਾਰੀ ਇੱਕ ਚੰਦਨ ਨਾਮ ਦਾ ਕਵੀ ਗੁਰੂ ਜੀ ਦੇ ਪਾਸ ਆਇਆ, ਜਿਸ ਨੂੰ ਆਪਣੀ ਵਿਦਿਆ ਦਾ ਬਹੁਤ ਮਾਣ ਸੀ। ਇਹ ਸਤਿਗੁਰਾਂ ਦੇ ਪਾਸ ਆਇਆ ਅਤੇ ਹੰਕਾਰ ਵਿੱਚ ਬੋਲਿਆ ਕਿ ਤੁਹਾਡੇ ਕੋਲ ਕਿਤਨੇ ਕਵੀ ਰੱਖੇ ਹੋਏ ਹਨ। ਮੈਂ ਜਾਣਨਾ ਚਾਹੁੰਦਾ ਹਾਂ ਕਿ ਇਹ ਵਿਦਿਆ ਵਿੱਚ ਨਿਪੁੰਨ ਵੀ ਹਨ ਜਾਂ ਇਹਨਾਂ ਕਵੀਆਂ ਦਾ ਟੋਲਾ ਐਵੇਂ ਹੀ ਇਕੱਠਾ ਕੀਤਾ ਹੋਇਆ ਹੈ। ਇਹ ਕਹਿਣ ਲੱਗਾ ਕਿ ਮਹਾਰਾਜ ਜੀ, ਤੁਹਾਡੇ ਕਵੀਆਂ ਵਿੱਚੋਂ ਕੋਈ ਕਵੀ ਮੇਰੇ ਨਾਲ ਕਵਿਤਾ ਦਾ ਮੁਕਾਬਲਾ ਕਰੇ ਅਤੇ ਮੇਰੀ ਰਚੀ ਹੋਈ ਕਵਿਤਾ ਦੇ ਅਰਥ ਸੁਣਾਏ ਤਾਂ ਮੈਂ ਸਮਝਾਂਗਾ ਕਿ ਤੁਹਾਡੇ ਕੋਲ ਸਿਆਣੇ ਕਵੀ ਹਨ। ਉਸ ਦੀ ਗੱਲ ਸੁਣ ਕੇ ਸਤਿਗੁਰਾਂ ਨੇ ਕਿਹਾ ਕਿ ਤੂੰ ਆਪਣੀ ਕਵਿਤਾ ਸੁਣਾ, ਫਿਰ ਦੇਖਾਂਗੇ। ਤਦੋਂ ਇਸਨੇ ਆਪਣੀ ਕਵਿਤਾ ਸੁਣਾਈ। ਨਵਸਾਤ ਤੀਏ ਨਵਸਾਤ ਕੀਏ, ਨਵਸਾਤ ਪਿਆਏ, ਨਵਸਾਤ ਰਚੇ, ਨਵਸਾਤ ਬਚੇ, ਨਵਸਾਤ ਪਿਆਪੈ दायक पाए, जीत कला नवसातन की, नवसातन के मुख अंदर छाए, मानो मेघ के मंडल में कब चंदन चंद कलेवर छाए। ਇਹ ਸੁਣ ਕੇ ਸਤਿਗੁਰੂ ਜੀ ਥੋੜਾ ਜਿਹਾ ਮੁਸਕਰਾਏ ਅਤੇ ਕਿਹਾ ਕਿ ਕਵੀ ਜੀ, ਸਿਆਣੇ ਬੰਦੇ ਤਾਂ ਵਿਦਿਆ ਪ੍ਰਾਪਤ ਕਰਕੇ ਨਿਮਰਤਾ ਧਾਰਨ ਕਰਦੇ ਹਨ, ਹੰਕਾਰ ਸ਼ੋਭਾ ਨਹੀਂ ਦਿੰਦਾ। ਤੇਰੀ ਕਵਿਤਾ ਦੇ ਅਰਥ ਤਾਂ ਮੇਰੇ ਕਵਿਤਾ ਇੱਕ ਪਾਸੇ ਰਹੇ, ਬਲਕਿ ਘੋੜਿਆਂ ਦੀ ਸੰਭਾਲ ਕਰਨ ਵਾਲਾ, ਘੋੜਿਆਂ ਦੀ ਲਿੱਦ ਚੁੱਕਣ ਵਾਲਾ ਤੇ ਘਾਹ ਖੋਤ ਕੇ ਘੋੜਿਆਂ ਨੂੰ ਘਾਹ ਪਾਉਣ ਵਾਲਾ ਘਾਹੀ ਵੀ ਕਰ ਸਕਦਾ ਹੈ। ਗੁਰੂ ਜੀ ਦੇ ਬਚਨਾਂ ਉੱਪਰ ਪ੍ਰਤੀਤੀ ਨਾ ਕਰਦਾ ਹੋਇਆ ਚੰਦਨ ਕਵੀ ਕਹਿਣ ਲੱਗਾ ਕਿ ਤੁਸੀਂ ਆਪਣੇ ਘਾਹੀ ਨੂੰ ਬੁਲਾਓ, ਉਹ ਮੇਰੀ ਕਵਿਤਾ ਦੇ ਅਰਥ ਕਰ ਦੇਵੇ। ਚੰਦਨ ਕਵੀ ਦੀ ਗੱਲ ਸੁਣ ਕੇ ਸਤਿਗੁਰੂ ਜੀ ਨੇ ਸੇਵਾਦਾਰ ਭੇਜ ਕੇ ਭਾਈ ਧੰਨਾ ਸਿੰਘ ਜੀ ਨੂੰ ਬੁਲਾਇਆ, ਜਿਸ ਦੇ ਉੱਪਰ ਸਤਿਗੁਰੂ ਜੀ ਨੇ ਕਿਰਪਾ ਕਰਕੇ ਨਾਮ ਦੀ ਰੋਮ ਰੋਮ ਵਿੱਚ ਜਾਪ ਵਾਲੀ ਅਵਸਥਾ ਬਖਸ਼ੀ ਹੋਈ ਸੀ। ਧੰਨਾ ਸਿੰਘ ਜੀ ਨੇ ਆ ਕੇ ਸਤਿਗੁਰਾਂ ਦੇ ਚਰਨਾਂ ਉੱਪਰ ਨਮਸਕਾਰ ਕੀਤੀ ਅਤੇ ਹੱਥ ਜੋੜ ਕੇ ਸਤਿਗੁਰਾਂ ਤੋਂ ਆਗਿਆ ਮੰਗੀ ਕਿ ਕੀ ਹੁਕਮ ਹੈ। ਸਤਿਗੁਰੂ ਜੀ ਨੇ ਕਿਹਾ ਕਿ ਹੇ ਧੰਨਾ ਸਿੰਘ, ਤੇਰਾ ਅੱਜ ਇਸ ਚੰਦਨ ਕਵੀ ਨਾਲ ਕਵਿਤਾ ਦਾ ਮੁਕਾਬਲਾ ਹੈ। ਸਤਿਗੁਰੂ ਜੀ ਦਾ ਬਚਨ ਸੁਣ ਕੇ ਅਤੇ ਧੰਨਾ ਸਿੰਘ ਵੱਲ ਵੇਖ ਕੇ ਚੰਦਨ ਕਵੀ ਹੱਸਿਆ ਕਿ ਇਹ ਕਾਹੀ ਅਨਪੜ੍ਹ, ਮੈਲੇ ਬਸਤਰ, ਵਿਦਿਆਹੀਨ ਮੇਰਾ ਕੀ ਮੁਕਾਬਲਾ ਕਰ ਸਕਦਾ ਹੈ। ਉਧਰ ਭਾਈ ਧੰਨਾ ਜੀ ਵੀ ਹੱਸ ਪਏ। ਸਤਿਗੁਰਾਂ ਨੇ ਦੋਨਾਂ ਤੋਂ ਹੱਸਣ ਦਾ ਕਾਰਨ ਪੁੱਛਿਆ ਤਾਂ ਚੰਦਨ ਕਵੀ ਨੇ ਮਨ ਦੀ ਵਾਰਤਾ ਕਹਿ ਸੁਣਾਈ ਕਿ ਇਹ ਕਾਹੀ ਮੇਰੀ ਕਵਿਤਾ ਦਾ ਕੀ ਮੁਕਾਬਲਾ ਕਰ ਸਕਦਾ ਹੈ। ਫਿਰ ਸਤਿਗੁਰਾਂ ਨੇ ਧੰਨਾ ਸਿੰਘ ਨੂੰ ਪੁੱਛਿਆ ਕਿ ਤੂੰ ਕਿਉਂ ਹੱਸਿਆ ਹੈ, ਤਾਂ ਉਸਨੇ ਕਿਹਾ ਕਿ ਮਹਾਰਾਜ ਜੀ, ਮੈਂ ਇਸ ਕਰਕੇ ਹੱਸਿਆ ਹਾਂ ਕਿ ਤੁਸੀਂ ਮੈਨੂੰ ਇਹ ਕਿਹਾ ਹੈ ਕਿ ਤੇਰਾ ਮੁਕਾਬਲਾ ਇਸ ਕਵੀ ਨਾਲ ਹੈ। ਮਹਾਰਾਜ ਜੀ, ਸੱਚ ਤਾਂ ਇਹ ਹੈ ਕਿ ਮੁਕਾਬਲਾ ਤਾਂ ਇਸ ਹੰਕਾਰੀ ਕਵੀ ਨਾਲ ਤੁਹਾਡਾ ਹੈ
ਅਤੇ ਜਿੱਤ ਵੀ ਤੁਹਾਡੀ ਹੈ। ਧੰਨਾ ਸਿੰਘ ਦੇ ਸਰੀਰ ਦਾ ਕੇਵਲ ਬਹਾਨਾ ਹੈ। ਮੈਂ ਇਸ ਕਰਕੇ ਹੱਸਿਆ ਹਾਂ ਕਿ ਆਪ ਜੀ ਕੈਸੇ ਕੈਸੇ ਚੋਜ ਕਰਦੇ ਹੋ। ਸਤਿਗੁਰੂ ਜੀ ਬਹੁਤ ਖੁਸ਼ ਹੋਏ। ਸਤਿਗੁਰੂ ਜੀ ਦੀ ਖੁਸ਼ੀ ਮਾਨੋ ਸਿੱਖ ਦੇ ਜਿੱਤਣ ਦਾ ਪ੍ਰਤੀਕ ਸੀ। ਸਤਿਗੁਰਾਂ ਨੇ ਕਿਹਾ ਕਿ ਕਵੀ ਜੀ ਤੁਸੀਂ ਆਪਣੀ ਰਚਨਾ ਸੁਣਾਓ, ਮੇਰਾ ਸਿੱਖ ਉਸ ਦੇ ਅਰਥ ਕਰੇਗਾ। ਗੁਰੂ ਜੀ ਦੀ ਗੱਲ ਸੁਣ ਕੇ ਚੰਦਨ ਕਵੀ ਨੇ ਆਪਣੀ ਕਵਿਤਾ ਦੁਹਰਾਈ, ਜਿਹੜੀ ਆਪਾਂ ਪਿੱਛੇ ਪੜ੍ਹੀ ਹੈ। ਉਸ ਦੀ ਕਵਿਤਾ ਸੁਣ ਕੇ ਧੰਨਾ ਸਿੰਘ ਜੀ ਅਰਥ ਕਰਨ ਤੋਂ ਪਹਿਲਾਂ ਹੀ ਕਵੀ ਨੂੰ ਕਹਿਣ ਲੱਗੇ ਕਿ ਸਤਿਗੁਰਾਂ ਦੇ ਦਰਬਾਰ ਵਿੱਚ ਸੁਣਾਉਣ ਲਈ ਤੇਰੇ ਕੋਲ ਇਹੋ ਜਿਹੀ ਹੀ ਕਵਿਤਾ ਰਹਿ ਗਈ ਸੀ। ਗੁਰੂ ਪੀਰਾਂ ਦੇ ਅੱਗੇ ਕਦੇ ਵੀ ਇੰਨੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਚੰਦਨ ਕਵੀ ਨੇ ਕਿਹਾ ਕਿ ਤੂੰ ਅਰਥ ਕਰ, ਗੱਲਾਂ ਨਾ ਕਰ। ਤਦੋਂ ਭਾਈ ਧੰਨਾ ਸਿੰਘ ਜੀ ਨੇ ਉਸ ਦੀ ਕਵਿਤਾ ਦੇ ਇਸ ਪ੍ਰਕਾਰ ਅਰਥ ਕੀਤੇ ਕਿ 16 ਵਰ੍ਹੇ ਦੀ ਉਮਰ ਦੀ ਇਸਤਰੀ ਨੇ 16 ਸਿੰਗਾਰ ਕੀਤੇ। ਉਸ ਦਾ ਪਤੀ 16 ਮਹੀਨਿਆਂ ਪਿੱਛੋਂ ਪਰਦੇਸੋਂ ਆਇਆ ਸੀ। ਇਸਤਰੀ ਨੇ 16 ਪ੍ਰਕਾਰ ਦੇ ਭੋਜਨ ਖਵਾਏ। 16 ਘਰਾਂ ਦੇ ਚੌਪੜ ਦੀ ਬਾਜੀ ਪਤੀ ਨਾਲ ਰਚੀ। ਦੋਹਾਂ ਨੇ 16 ਚਾਲਾਂ ਚੱਲੀਆਂ। 16 ਨਰਦਾਂ ਵਾਲੀ ਬਾਜੀ ਜਿੱਤ ਕੇ ਇਸਤਰੀ ਨੇ 16 ਆਨੇ ਵਾਲੇ ਰੁਪਈਏ ਪ੍ਰਾਪਤ ਕੀਤੇ। ਜਦੋਂ ਪਤੀ ਨੇ ਇਸਤਰੀ ਨੂੰ ਜਿੱਤਿਆ ਤਦੋਂ 16 ਕਲਾਂ ਚੰਦਰਵਤ ਮੁਖ ਨੂੰ ਸ਼ਰਮ ਦੇ ਮਾਰੇ ਵਸਤਰ ਨਾਲ ਛੁਪਾ ਲਿਆ, ਮਾਨੋ ਚੰਦਰਮਾ ਮੇਘ ਵਿੱਚ ਢਕਿਆ ਗਿਆ ਹੈ। ਇਹ ਸੁਣ ਕੇ ਚੰਦਨ ਕਵੀ ਹੈਰਾਨ ਹੋ ਗਿਆ ਕਿ ਗੁਰੂ ਦੇ ਕਾਹੀ ਸਿੱਖ ਵੀ ਇਤਨੇ ਵਿਦਵਾਨ ਹਨ। ਫਿਰ ਸਤਿਗੁਰੂ ਜੀ ਨੇ ਭਾਈ ਧੰਨਾ ਸਿੰਘ ਜੀ ਨੂੰ ਕਵਿਤਾ ਰਚਣ ਦਾ ਹੁਕਮ ਕੀਤਾ। ਉਦੋਂ ਭਾਈ ਧੰਨਾ ਸਿੰਘ ਜੀ ਨੇ ਗੁਰੂ ਜੀ ਦੇ ਹੁਕਮ ਵਿੱਚ ਇਹ ਕਵਿਤਾ ਰਚੀ। ਮੀਨ ਮਰੇ ਜਲ ਕੇ ਪਰਸੇ, ਕਬਹੋਂ ਨਾ ਮਰੇ ਪਰ ਪਾਵਕ ਪਾਏ। ਹਾਥ ਮਰੈ ਮਦ ਕੇ ਪਰਸੇ, ਕਬਹੂ ਨਾ ਮਰੇ ਤਨ ਤਾਪ ਕੇ ਆਏ। ਤੀਏ ਮਰੈ ਪਤ ਕੇ ਪਰਸੇ, ਕਬਹੂ ਨਾ ਮਰੈ ਪਰਦੇਸ ਸਿਧਾਏ। ਗੂੜ ਮੈਂ ਬਾਤ ਕਹੀ ਦਿਜ ਰਾਜ, ਵਿਚਾਰ ਸਕੈ ਨਾ ਬਿਨਾ ਚਿਤ ਲਾਏ। ਕੌਲ ਮਰੈ ਰਬ ਕੇ ਪਰਸੇ, ਕਬਹੂ ਨਾ ਮਰੈ ਸਸ ਕੀ ਛਬ ਪਾਏ। ਮਿੱਤਰ ਮਰੈ ਮਿਤ ਕੋ ਮਿਲ ਕੈ, ਕਬਹੂ ਨਾ ਮਰੈ ਜਬ ਦੂਰ ਸਿਧਾਏ। ਸਿੰਘ ਮਰੈ ਜਬ ਮਾਸ ਮਿਲੈ, ਕਬਹੂ ਨਾ ਮਰੈ ਜਬ ਹਾਥ ਨਾ ਆਏ। ਗੂੜ ਮੈਂ ਬਾਤ ਕਹੀ ਦਿਜ ਰਾਜ, ਵਿਚਾਰ ਸਕੈ ਨਾ ਬਿਨਾ ਚਿਤ ਲਾਏ। ਚੰਦਨ ਕਵੀ ਇਸ ਦੀ ਇੱਕ ਵੀ ਤੁਕ ਦਾ ਅਰਥ ਨਾ ਕਰ ਸਕਿਆ। ਉਹ ਧੰਨਾ ਸਿੰਘ ਤੇ ਗੁਰੂ ਜੀ ਦੇ ਚਰਨੀ ਪੈ ਗਿਆ ਤੇ ਮੁਆਫੀ ਮੰਗੀ। ਇਸ ਪ੍ਰਕਾਰ ਚੰਦਨ ਕਵੀ ਦਾ ਹੰਕਾਰ ਮੇਟ ਕੇ ਅੱਗੋਂ ਵਾਸਤੇ ਸ਼ੁਭ ਸਿੱਖਿਆ ਦਿੱਤੀ ਤੇ ਚੰਦਨ ਕਵੀ ਭਾਈ ਧੰਨਾ ਸਿੰਘ ਜੀ ਦਾ ਜਸ ਕਰਨ ਲੱਗਾ ਕਿ ਤੁਸੀਂ ਇਤਨੇ ਵੱਡੇ ਮਹਾਨ ਹੋ ਕਿ ਮਲੀਨ ਜਿਹੀ ਕਿਰਿਆ ਕਿਉਂ ਰੱਖਦੇ ਹੋ। ਤਦ ਅੱਗੋਂ ਧੰਨਾ ਸਿੰਘ ਜੀ ਨੇ ਕਿਹਾ ਕਿ ਸਾਡੇ ਵੱਡੇ ਗੁਰੂਆਂ ਦਾ ਜੋ ਬਚਨ ਹੈ ਉਸ ਦੇ ਅਨੁਸਾਰ ਗੁਰੂ ਭਾਵੇਂ ਰਾਜ ਤੇ ਬਹਾਲੇ, ਭਾਵੇਂ ਰੰਬਾ ਪਕੜਾ ਕੇ ਘਾਹ ਖੁਦਾਵੇ, ਸਿੱਖ ਗੁਰੂ ਦੇ ਭਾਣੇ ਵਿੱਚ ਹੀ ਰਹਿੰਦਾ ਹੈ। ਜਨ ਨਾਨਕ ਕੇ ਪ੍ਰਭ ਪੁਰਖ ਵਿਧਾਤੇ, ਮੇਰੇ ਠਾਕੁਰ ਅਗੈ ਅਤੋਲਾ। ਸ਼੍ਰੀ ਗੁਰੂ ਜੀ ਫਰਮਾ ਰਹੇ ਹਨ, ਹੇ ਮੇਰੇ ਅਥਾਹ ਤੇ ਅਤੋਲ ਠਾਕੁਰ, ਮੈਂ ਤੇਰੀ ਰਜ਼ਾ ਵਿੱਚ ਹੀ ਰਾਜ਼ੀ ਹਾਂ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ। ਦਾਸ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।